मेरे उत्ते आंसू गए से ट्रैक्टर ते इन्ने गोले सिੱਟੇ ਤੇ ਦੂਜੇ ਬੰਬ ਵੀ ਪਟਾਕੇ ਵਾਲੇ ਬਹੁਤ ਸਿੱਟੇ ਅੱਖਾਂ ਮੱਚਣ ਲੱਗ ਗਈਆਂ ਨਾਲ ਮੇਰੇ ਵੀਰ ਹੋਰ ਸੀ ਉਹਨਾਂ ਨੇ ਮੇਰੇ ਤੇ ਪਾਣੀ ਸਿੱਟੇ ਆਏ ਤੇ ਮੈਂ 8 ਤੋਂ 10 ਬੈਰੀਟੇਡ ਪੱਥਰ ਖਿੱਚ ਲਏ ਆ ਮੁੰਡੇ ਫੱਟੜ ਬੜੇ ਹੋਏ ਆ ਜੀ ਗੋਲੀਆਂ ਲੱਗੀਆਂ ਸ਼ਰਲੇ ਲੱਗੇ ਜੇ ਛੋਟੇ ਤੋਂ ਛੋਟੇ ਗੋਲੇ 10 ਤੇ ਵੱਡੇ ਗੋਲੇ 50 ਸੜਦੇ ਸੀਗੇ ਇੱਕੋ ਦਮ ਹੀ ਟਰਾਲੀ ਨੂੰ ਅੱਗ ਵੀ ਲੱਗ ਗਈ ਇਹਨਾਂ ਦੇ ਗੋਲਿਆਂ ਦੇ ਨਾਲ ਪਾਕਿਸਤਾਨ ਜਾ ਰਹੇ ਹਾਂ ਭਾਰਤ ਹੀ ਜਾ ਰਹੇ ਹਾਂ ਭਾਰਤ ਦੀ ਸਾਡੇ ਪ੍ਰਾਈਮ ਮਿਨਿਸਟਰ ਕੋਲ ਜਾ ਰਹੇ ਹਾਂ ਜੇ ਸਾਡਾ ਪ੍ਰਾइम मिनिस्टर ਸਾਡੀ ਗੱਲ ਨਹੀਂ ਸੁਣੂਗਾ तो फिर कौन सुनूगा। अंडानी और अंबानी के घर जा सकते हो, उनके घर में बच्चा पैदा होता है तो दिल्ली के आसपास बॉर्डरों पे पब्लिक बैठी है देश की जिसने आपको प्रधानमंत्री बनाया है तो आपको वो दिखाई नहीं दे रहा। क्या बात कैसे ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਇਸ ਵਕਤ ਅਸੀਂ ਮੌਜੂਦ ਹਾਂ ਗਰਾਊਂਡ ਜ਼ੀਰੋ ਤੋਂ। ਜਿਹੜਾ ਕਾਫਲਾ ਚੱਲਿਆ ਸੀ ਸ਼ਾਹਜਹਾਂਪੁਰ ਤੋਂ ਅੱਗੇ ਦਿੱਲੀ ਵੱਲ ਨੂੰ ਵੱਧ ਰਿਹਾ ਸੀ, ਪਰ ਰਾਹ ਦੇ ਵਿੱਚ ਇਹਨਾਂ ਦੇ ਉੱਤੇ ਹਮਲਾ ਹੋਇਆ ਪੁਲਿਸ ਵੱਲੋਂ। ਹੁਣ ਤਾਂ ਹਮਲਾ ਹੀ ਕਹਾਂਗੇ ਕਿਉਂਕਿ ਇਹ ਸਰਾਸਰ ਧੱਕੇਸ਼ਾਹੀ ਆ। ਇਹ ਲੋਕਤੰਤਰ ਆ ਜਿਸ ਲੋਕਤੰਤਰ ਦੇ ਵਿੱਚ ਅਸੀਂ ਰਹਿੰਦੇ ਆ। ਸ਼ਾਇਦ ਆਹੀ ਲੋਕਤੰਤਰ ਸਾਨੂੰ ਸਰਕਾਰਾਂ ਨੇ ਦਿੱਤਾ, ਆਹੀ ਆਜ਼ਾਦੀ ਆ ਸਾਨੂੰ ਜਿਹੜੀ ਸਰਕਾਰਾਂ ਦੇ ਰਹੀਆਂ ਗੀਆਂ। ਸਾਡੇ ਨਾਲ ਉਹ ਲੋਕ ਮੌਜੂਦ ਨੇ ਜਿਹੜੇ ਟਰੈਕਟਰ ਅੱਗੇ ਲੱਗੇ ਸੀ, ਜਿਹੜੇ ਟਰੈਕਟਰਾਂ ਦੇ ਉੱਤੇ ਅਥਰੂ ਗੈਸ ਸਿੱਟੇ ਗਏ ਤੇ ਫਿਰ ਅੱਗ ਲੱਗਦੀ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਕਿੱਥੋਂ ਤੁਸੀਂ? ਬਾਈ ਜੀ ਅਸੀਂ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਆ। ਸਾਜੀ ਸਾਡਾ ਪਿੰਡ ਹੈ ਜੀ। ਜੀ ਦੱਸ ਦਿਓ ਜੀ ਅੱਜ ਕੀ ਹੋਇਆ ਜਿਹੜਾ 5-6 ਵਜੇ ਘਟਨਾ ਹੋਈ ਆ। ਬਾਈ ਜੀ ਜਦੋਂ ਅਸੀਂ ਗਾਂ ਗਏ ਵੀ ਅਸੀਂ ਕਿਹਾ ਵੀ ਅਸੀਂ ਬਹੁਤ ਹੱਥ ਬੰਨੇ ਵੀ ਤੁਸੀਂ ਸਾਨੂੰ ਜਾਣ ਦਿਓ ਜੀ, ਵੀ ਸਾਡਾ ਕੋਈ ਗੁਨਾਹ ਹੈ ਰਸਤੇ 'ਚ ਜਾਣਾ, ਤਾਂ ਕੋਈ ਸਾਡਾ ਲੋਕਤੰਤਰ ਹੈ, ਭਾਰਤ ਹੈ, ਭਾਰਤ ਦੇ ਕੋਈ ਆਜ਼ਾਦੀ ਹੈਗੀ, ਕੋਈ ਰੋਕ ਟੋਕ ਤਾਂ ਹੈ ਹੀ ਨਹੀਂ ਵੀ ਤੁਸੀਂ ਰੋਕ ਰਹੇ ਹੋ। ਨਹੀਂ ਜੀ, ਪਹਿਲਾਂ ਡੰਡੇ ਲੈ ਕੇ ਆਏ, ਅਸੀਂ ਗਏ, ਕੋਈ ਗੱਲ ਨਹੀਂ, ਬੈਰੀਟੇਕ ਖੋਲ੍ਹਣ ਲਏ। ਜਦੋਂ ਬੈਰੀਟੇਕ ਖੋਲ੍ਹਣ ਲਏ ਅਸੀਂ ਇਹਨਾਂ ਨੇ ਲਾਤੇ ਖਿੱਚੇ, ਇਹਨਾਂ ਦੇ ਉੱਤੇ ਮੇਰੇ ਉੱਤੇ ਆਂਸੂ ਗਏ ਸੀ ਟਰੈਕਟਰ ਤੇ ਇੰਨੇ ਗੋਲੇ ਸਿੱਟੇ ਤੇ ਦੂਜੇ ਬੰਬ ਵੀ ਪਟਾਕੇ ਵਾਲੇ ਬਹੁਤ ਸਿੱਟੇ ਅੱਖਾਂ ਮੱਚਣ ਲੱਗ ਗਈਆਂ ਨਾਲ ਮੇਰੇ ਵੀਰ ਹੋਰ ਸੀ ਉਹਨਾਂ ਨੇ ਮੇਰੇ ਤੇ ਪਾਣੀ ਸਿੱਟੇ ਆਏ ਤੇ ਮੈਂ 8 ਤੋਂ 10 ਬੈਰੀਟੇਕ ਪੱਥਰ ਖਿੱਚ ਲਏ ਆ ਬਹੁਤ ਇੱਕ ਇੱਕ ਕਰਕੇ। ਇਹਨਾਂ ਨੇ ਬਹੁਤ ਘੱਟੋ ਘੱਟ 5 ਤੋਂ 6 ਆਂਸੂ ਗੈਸ ਦੇ ਗੋਲੇ ਸਿੱਟੇ ਮੇਰੇ ਉੱਤੇ ਜੀ। ਕੋਈ ਪਹਿਲਾਂ ਅਨਾਉਂਸਮੈਂਟ ਵਾਰਨਿੰਗ ਹੋਈ? ਕੋਈ ਨਾ, ਕੋਈ ਅਨਾਉਂਸਮੈਂਟ ਨਹੀਂ ਕੀਤੀ ਵੀ ਤੁਸੀਂ ਵਾਪਸ ਮੁੜ ਜਾਓ। ਕਿਸੇ ਪ੍ਰਕਾਰ ਦੀ ਇਹਨਾਂ ਨੇ ਮੈਨੂੰ ਅਨਾਉਂਸਮੈਂਟ ਨਹੀਂ ਕੀਤੀ ਵੀ ਤੁਸੀਂ ਵਾਪਸ ਮੁੜ ਜਾਓ। ਬਹੁਤ ਵੀਰਾਂ ਨੇ ਸੰਘਰਸ਼ ਕੀਤਾ ਨਾ ਜੀ, ਇਹਨਾਂ ਨੇ ਆਂਸੂ ਗੈਸ ਦੇ ਗੋਲੇ ਇੰਨੇ ਸਿੱਟੀ ਆਏ ਵੀ ਕੋਈ ਹਿਸਾਬ ਕਿਤਾਬ ਨਹੀਂ ਰਿਹਾ। ਸਾਨੂੰ ਅਖੀਰ ਮੁੜਨਾ ਪਿਆ। ਯੁੱਧ ਬਣਾਤਾ ਅੱਜ ਕਾਰਗਿਲ ਦੇ ਯੁੱਧ ਵਿੱਚ ਵੀ ਇੰਨੇ ਮੇਰੇ ਖਿਆਲ ਗੋਲੇ ਨਹੀਂ ਦਾਗੇ ਕੋਨੇ ਜਿੰਨਾ ਅੱਜ ਇੱਥੇ ਦਾਗੇ ਨੇ ਇਹਨਾਂ ਨੇ। ਕਿੰਨਾ ਟਾਈਮ ਚੱਲਿਆ ਲਗਾਤਾਰ? ਬਿਲਕੁਲ 3 ਘੰਟੇ ਲਗਾਤਾਰ ਜਦੋਂ ਗੋਲੇ ਛੱਡਦੇ ਘੱਟੋ ਘੱਟ ਵੀ ਇਹਨਾਂ ਨੇ ਗੋਲੇ ਇੱਕੋ ਦਮ ਸਿੱਟਦੇ ਗੋਲੇ ਛੱਡਦੇ ਸੀਗੇ 20 ਤੋਂ 50 ਗੋਲੇ। ਛੋਟੇ ਤੋਂ ਛੋਟੇ ਗੋਲੇ 10 ਤੇ ਵੱਡੇ ਗੋਲੇ 50 ਛੱਡਦੇ ਸੀਗੇ ਇੱਕੋ ਦਮ ਹੀ। ਟਰਾਲੀ ਨੂੰ ਅੱਗ ਵੀ ਲੱਗ ਗਈ ਇਹਨਾਂ ਦੇ ਗੋਲਿਆਂ ਦੇ ਨਾਲ ਵੀ ਬਹੁਤ ਬੁਰੇ ਹਾਲਾਤ ਹੋਏ ਆ। ਸਿਲੰਡਰ ਵਿੱਚ ਸੀਗੇ ਜੀ, ਕੋਈ ਸਿਲੰਡਰ ਦੁਰਘਟਨਾ ਹੋ ਜਾਂਦੀ ਕੀ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਉਸ ਗੱਲ ਦਾ? ਮੋਟਰਸਾਈਕਲ ਸੀ, ਸਿਲੰਡਰ ਸੀਗੇ। ਔਰ ਇੱਕ ਗੱਲ ਦੱਸੋ, ਛੋਟੀ ਜਿਹੀ ਬੇਨਤੀ ਹੈ ਵੀ ਅਸੀਂ ਕੀ ਪਾਕਿਸਤਾਨ ਜਾ ਰਹੇ ਹਾਂ ਭਾਰਤ ਹੀ ਜਾ ਰਹੇ ਹਾਂ ਭਾਰਤ ਦੀ ਸਾਡੇ ਪ੍ਰਾइम मिनिस्टर ਕੋਲ ਜਾ ਰਹੇ ਹਾਂ ਜੇ ਸਾਡਾ ਪ੍ਰਾइम मिनिस्टर ਸਾਡੀ ਗੱਲ ਨਹੀਂ ਸੁਣੂਗਾ ਤੇ ਫਿਰ ਕੌਣ ਸੁਣੂਗਾ। ਜੀ ਸਾਨੂੰ ਕਹਿੰਦੇ ਆ ਵੀ ਤੁਸੀਂ ਇੱਥੇ ਆਓ ਨਾ, ਅਸੀਂ ਆਪਦੀ ਆਵਾਜ਼ ਚੱਕਣ ਵਾਸਤੇ ਕੀ ਪਤਾ ਸਾਡੇ ਪ੍ਰਾइम मिनिस्टर ਨੂੰ ਗੁੰਮਰਾਹ ਕੀਤਾ ਜਾ ਰਿਹਾ ਹੋਵੇ, ਸੱਚਾਈ ਦੱਸੀ ਨਹੀਂ ਜਾ ਰਹੀ ਹੋਵੇ ਨੈਸ਼ਨਲ ਟੀਵੀ ਵੱਲੋਂ, ਤੇ ਅਸੀਂ ਜਾ ਕੇ ਆਪਦੀ ਕਿਸੇ ਕੋਲ ਤਾਂ ਰੋਵਾਂਗੇ ਸਰਕਾਰ ਕੋਲੇ। ਜੇ ਜਾਵਾਂਗੇ ਬਾਰਡਰ ਤੇ ਰੋਵਾਂਗੇ ਤਾਂ ਪਤਾ ਲੱਗੂਗਾ ਸਾਡੇ ਪ੍ਰਾइम मिनिस्टर ਨੂੰ ਵੀ ਸੱਚਾਈ ਕੀ ਹੈ। ਕੀ ਅਸੀਂ ਕਿਸਾਨ ਨਹੀਂ ਗੇ? ਕੀ ਸਾਡੀ ਮੱਕੀ 700 ਰੁਪਏ 800 ਰੁਪਏ ਕਿਲੋ ਵਿਕੇ ਤੇ ਇਹਨਾਂ ਦੀ ਅੰਬਾਣੀਆਂ ਅਡਾਣੀਆਂ ਦੀ 15,000 ਰੁਪਏ ਕੁਇੰਟਲ ਵਿਕੇ? ਸਾਡੀ 700 ਰੁਪਏ ਕੁਇੰਟਲ, ਇਹਨਾਂ ਦੀ 15,000 ਰੁਪਏ ਕੁਇੰਟਲ। ਕੀ ਦੇਸ਼ ਹੈ ਯਾਰ? ਅਸੀਂ ਮੰਗ ਕੀ ਰਹੇ ਹਾਂ? ਅਸੀਂ ਕੀ ਮੰਗ ਰਹੇ ਹਾਂ? ਅਸੀਂ ਸਿਰਫ 2,000 ਰੁਪਇਆ 1,800 ਜਾਂ 2,500 ਰੁਪਏ ਕੁਇੰਟਲ ਮੱਕੀ ਦਾ ਰੇਟ ਹੀ ਮੰਗ ਰਹੇ ਹਾਂ। ਇਹ ਤਾਂ 15,000 ਨੂੰ ਵੇਚ ਲੈਣ, ਅਸੀਂ ਕਦੋਂ ਕਹਿੰਦੇ ਨਾ ਵੇਚੋ। ਅੱਛਾ, ਜੇ ਪਹਿਲੀ ਗੱਲ ਤਾਂ ਜੀ ਉਹ ਵੀ ਨਹੀਂ ਵੇਚਣੀ ਚਾਹੀਦੀ ਕਿਉਂਕਿ ਉਪਭੋਗਤਾ ਵੀ ਜਿਹੜਾ ਬਾਇਰ ਹੈ, ਜੇ ਇਹ ਬਾਇਰ ਹੈ ਤੇ ਪਰਚੇਜਰ ਵੀ ਅਸੀਂ ਹਾਂ, ਕਿਤੇ ਨਾ ਕਿਤੇ ਅਸੀਂ ਪਰਚੇਜਰ ਵੀ ਹਾਂ, ਤੇ ਉਹਦਾ ਵੀ ਕੋਈ ਫਿਕਸ ਹੋਣਾ ਚਾਹੀਦਾ ਵੀ ਮਹਿੰਗਾਈ ਨਹੀਂ ਵਧਣੀ ਚਾਹੀਦੀ। 2,000 ਰੁਪਏ ਸਾਡੇ ਤੋਂ ਖਰੀਦ ਕੇ 4,000 ਵੇਚ ਲੈਣ ਕੁਇੰਟਲ ਨੂੰ, ਕੌਣ ਮਨਾ ਕਰਦਾ? ਪਰ ਜੇ 15,000 ਰੁਪਏ ਕੁਇੰਟਲ ਵੇਚਦੇ ਆ ਤੇ ਸਾਨੂੰ 2,000 ਵੀ ਨਹੀਂ ਦੇਣਾ ਚਾਹੁੰਦੇ। ਉਹ ਡੀਜ਼ਲ ਦਾ ਭਾਅ ਦੱਸੋ ਜੀ ਕਿੱਥੇ ਚਲੇ ਗਿਆ? ਅੱਛਾ, ਜੇ ਅੱਜ ਅਸੀਂ MSP ਸੀਗੀ ਤੇ ਅਸੀਂ ਅੱਜ ਚਾਰ ਕੱਪੜੇ ਚੰਗੇ ਪਾ ਕੇ ਤੁਰੇ ਫਿਰਦੇ ਆ ਤੇ ਅੱਜ ਬਿਹਾਰ ਦੇ ਕਿਸਾਨ ਦਾ ਤੇ MP ਦੇ ਕਿਸਾਨ ਦਾ ਕੀ ਹਾਲਾਤ ਹੈ ਜੀ? ਉਹ 22 ਵਿਗਿਆਂ ਵਾਲੇ 25 ਵਿਗਿਆਂ ਵਾਲੇ ਪੰਜਾਬ 'ਚ ਰਾਜਸਥਾਨ 'ਚ ਚੰਗੇ ਜ਼ਿਲ੍ਹਿਆਂ ਦੇ ਵਿੱਚ ਆ ਕੇ ਨੌਕਰੀਆਂ ਕਰ ਰਹੇ ਹੋ ਕਿਸਾਨ। ਕੀ ਇਹ ਸਰਕਾਰ ਸਾਡਾ ਉਹੀ ਹੱਲ ਕਰਨਾ ਚਾਹੁੰਦੀ ਹੈ? ਇਹ ਲੋਕਤੰਤਰ ਨਹੀਂ ਹੈ, ਰਾਜਤੰਤਰ ਹੈ ਜੀ। ਔਰ ਜਿਹੜੇ ਦੇਸ਼ ਦਾ ਵਪਾਰੀ ਮਤਲਬ
ਪਰ ਜਿਹੜੇ ਦੇਸ਼ ਦਾ ਰਾਜਾ ਵਪਾਰੀ ਹੋਊਗਾ ਉਹ ਪ੍ਰਜਾ ਕਦੇ ਵੀ ਸੁਖੀ ਨਹੀਂ ਰਹਿ ਸਕਦੀ। ਇਹ ਖਾਸ ਤੌਰ ਤੇ ਕਿ ਅਮਰੀਕਾ ਦੇ ਵਿੱਚ ਆਹੀ ਸਿਸਟਮ ਹੈ ਕਿ ਉੱਥੇ ਦਾ ਰੋਜ਼ ਦਾ ਕਿਸਾਨ ਇੱਕ ਆਤਮ ਹੱਤਿਆ ਨਹੀਂ ਕਰਦਾ। ਇਹ ਚਾਹੁੰਦੇ ਵੀ ਰੋਜ਼ ਕਿਸਾਨ 100 ਆਤਮ ਹੱਤਿਆ ਕਰਨ ਇੱਥੇ, ਕਿਉਂਕਿ ਉੱਥੇ ਪੋਪੂਲੇਸ਼ਨ ਘੱਟ ਹੈ, ਸਾਡੇ ਪੋਪੂਲੇਸ਼ਨ ਜ਼ਿਆਦਾ ਹੈ। ਜੇ ਇਹਨਾਂ ਦੇ ਇਹ ਲਾਗੂ ਹੋਗੀ ਨੀਤੀ ਤੇ ਇੱਥੇ ਦਾ ਰੋਜ਼ ਇੱਕ ਕਿਸਾਨ ਨਹੀਂ 100 ਕਿਸਾਨ ਆਤਮ ਹੱਤਿਆ ਕਰਨੇ ਵੀਰ ਜੀ। ਇੱਥੇ ਹੀ ਦੇਖੋਗੇ ਤੁਸੀਂ 10 ਸਾਲਾਂ ਦੇ ਵਿੱਚ ਇਹੀ ਹਾਲਾਤ ਹੋਣਗੇ। ਔਰ ਜੇ ਤੁਹਾਡੀ ਇੰਨੀ ਨੀਤੀ ਬਹੁਤ ਵਧੀਆ ਹੈ ਤਾਂ ਭਾਈ ਜੀ ਤੁਸੀਂ ਬਿਹਾਰ ਵਾਲਿਆਂ ਨੂੰ ਤੇ MP ਵਾਲਿਆਂ ਨੂੰ ਉਭਰਾ ਲਓ, ਉਹਨਾਂ ਕਿਸਾਨਾਂ ਨੂੰ ਰਜਾ ਲਓ। ਜੇ ਹੁਣ ਤੁਹਾਡੀ ਨੀਤੀ ਚੰਗੀ ਲੱਗੀ ਤਾਂ ਅਸੀਂ ਵੀ ਮੰਨ ਲਾਂਗੇ ਤੁਹਾਡੀ ਗੱਲਾਂ ਨੂੰ। ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਕਿੱਥੋਂ ਜੀ? सत श्री अकाल जी। मैं राजस्थान के हनुमानगढ़ डिस्ट्रिक्ट के एक छोटे से गांव हंसलिया से हूँ और ये हमारा राजस्थान का मोर्चा है और हमारे जो पब्लिक थी राजस्थान की किसान लोग शाहजहाँपुर बैरियर पर बैठी थी जो राजस्थान का बॉर्डर है और काफ़ी दिनों के बाद हमने हमारे जो बड़े बुजुर्ग हैं जो हमारी जत्थेबंदियों के नेता हैं उन्होंने हमें अनुशासन में रखा कि आपने कोई नुकसान नहीं करना और बैरिकेड भी नहीं तोड़ना। लेकिन हम देख रहे हैं लेकिन सरकार किसी भी तरह का कोई डिसीजन नहीं दे रही, कोई भी उसमें है ना कुछ भी हमें वो दे नहीं रही। भी हम क्या करें? हम जहाँ तो सोचते हैं भी घर चले जाएं लेकिन घर नहीं जाना, हमने पार्लियामेंट के सामने जाना है और प्रधानमंत्री के सामने अपनी बात रखनी है। हम जानना चाहते हैं प्रधानमंत्री जी कि आपने जो कानून पास किए हैं ना, ये क्या आपने किसानों की सहमति ली थी? आपने जो प्रश्नकाल का समय रखा था जब आप इस कानून को पास कर रहे थे, दबड़ी मत से पास किया, वो उसकी श्योरिटी नहीं है क्या? वो सच्चाई है? कुछ नहीं है। और जो हम आंदोलन कर रहे हैं क्या मोदी जी आप तक आवाज़ आ रही है? जहाँ बीच में ही कहीं इधर उधर आपको गुमराह किया जा रहा है। आप अंडानी और अंबानी के घर जा सकते हो, उनके घर में बच्चा पैदा होता है तो दिल्ली के आसपास बॉर्डरों पे पब्लिक बैठी है देश की जिसने आपको प्रधानमंत्री बनाया है, तो आपको वो दिखाई नहीं दे रहा? क्या बात? कैसे आप हवाई यात्रा करते हो, ऊपर से निकल जाते हो? इन रोडों से नहीं निकलते। और ये रोड है ना, ये इस रोड से अंडानी और अंबानी का माल जाता है दिल्ली की तरफ और दिल्ली से पूरे देश का माल जाता है उसकी फैक्ट्रियों में इधर गुजरात में। हम इस ब्लॉक करेंगे इस रोड को और उसको पता चल जाएगा। उसको मोदी और अंडानी अंबानी का जो वार्तालाप है ना, जो आने जाने का, उसको मोदी को इधर रखेंगे और इसको अंडानी और अंबानी को गुजरात की तरफ कट करेंगे और उसको पता चल जाएगा, है ना। तो ये सबसे मेन है रास्ता उसका, जितना पता नहीं क्या क्या माल जाता है इस रोड से, है ना। तो भाई हम ज़्यादा बात तो करना जानते नहीं है जी। और पब्लिक का हाल देखो जे ट्रॉलियों में। ਅੱਜ ਮੈਨੂੰ ਇੱਕ ਹੋਰ ਗੱਲ ਦੱਸੋ, ਤੁਸੀਂ ਕਹਿ ਰਹੇ ਸੀ ਵੀ ਉੱਪਰ ਪੁਲਿਸ ਦੇ ਨਾਲ ਮੀਡੀਆ ਵੀ ਮੌਜੂਦ ਸੀ? हाँ मीडिया मौजूद सी। मैं इनकी सुनो बात। ਮੀਡੀਆ ਮੌਜੂਦ ਸੀ, ਮੀਡੀਆ ਵੀਡੀਓ ਬਣਾਈ ਜਾਂਦੀ ਸੀ। ਸਾਡੇ ਤੇ ਆਸੂ ਗੋਲ ਦੇ ਗੈਂਸ ਇਹਨਾਂ ਨੇ ਬਹੁਤ ਸਾਡੇ ਨਾਲ ਧੱਕਾ ਕਰਿਆ ਜੀ। ਜੀ ਜੀ ਜੀ। ਮੀਡੀਆ ਕਿੱਥੇ ਮੌਜੂਦ ਸੀ ਐਗਜ਼ੈਕਟਲੀ? ਉੱਪਰ ये ਸੀ, पुलिया के ऊपर 30 फुट ऊपर बैठी है। ਉੱਪਰ ਮੀਡੀਆ ਮੌਜੂਦ ਸੀਗੀ ਜੀ। ਸਾਡੇ ਨਾਲ ਬਹੁਤ ਧੱਕਾ ਹੋਇਆ ਜੀ। ਸਾਡੇ ਜਵਾਨ ਮੁੰਡੇ ਫੱਟੜ ਬੜੇ ਹੋਏ ਆ ਜੀ, ਗੋਲੀਆਂ ਲੱਗੀਆਂ, ਸ਼ਰਲੇ ਲੱਗੇ ਆ। ਜੇ ਆਸੂ ਗੈਸ ਸਿੱਟਿਆ ਉਹ ਤਾਂ ਅਸੀਂ ਫੱਟੜ ਹੈਗੇ ਆ ਤੇ ਬਾਕੀ ਜਿਹੜੇ ਫੱਟੜ ਹੋਏ ਵੇ ਮੁੰਡੇ ਉਹ ਸਾਡੇ ਅਸੀਂ ਭਰਤੀ ਕਰਾਏ ਵੇ ਆ। ਉਹ ਕੋਈ ਇਹਨਾਂ ਦਾ ਪ੍ਰਸ਼ਾਸਨ ਦਾ ਕੋਈ ਇੰਤਜ਼ਾਮ ਹੈ ਨਹੀਂ। ਜੀ ਜੀ ਜੀ। ਹਾਂਜੀ ਹਾਂਜੀ ਹਾਂਜੀ। ਤੁਸੀਂ ਨਹੀਂ ਭਾਜੀ ਪਤਾ ਕਿ ਮੈਂ ਲੱਕੀ ਨਰਵਾਲ ਸ਼੍ਰੀ ਗੰਗਾਨਗਰ ਤੋਂ ਜੀ। ਭਾਈ ਸਾਹਿਬ ਮੈਂ ਨਾ ਇੱਥੇ ਤੁਹਾਨੂੰ ਇਹ ਗਰਾਊਂਡ ਰੋਡ ਦੀ ਗੱਲ ਦੱਸਣੀ ਸੀ। ਪਹਿਲੀ ਗੱਲ ਤਾਂ ਕੋਈ ਇੰਤਜ਼ਾਮ ਪਿੱਛੋਂ ਅਸੀਂ ਬਾਰਡਰ ਛਡਾ ਕੇ ਆਏ ਸੀ ਨਾ ਜੀ, ਕੋਈ ਇੱਥੇ ਕੋਈ ਇੰਤਜ਼ਾਮ ਇਦਾਂ ਦਾ ਕੋਈ ਹੈ ਨਹੀਂ ਸੀ, ਨਾ ਕਿ ਸਾਨੂੰ ਕੋਈ ਵਾਰਨਿੰਗ ਦਿੱਤੀ ਕੁਛ ਵੀ। ਇੱਥੇ ਆ ਕੇ ਰੋਕ ਦਿੱਤਾ ਗਿਆ, ਚਲੋ ਠੀਕ ਹੈ, ਸ਼ਾਂਤੀਪੂਰਨ ਰੋਕ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਆਸੂ ਗੈਸ ਦੇ ਗੋਲੇ ਇੰਨੇ ਛੱਡੇ ਜੀ, ਬਹੁਤ ਜ਼ਿਆਦਾ, ਵੀ ਜਿੱਦਾਂ ਕਾਰਗਿਲ ਦੀ ਲੜਾਈ ਹੁੰਦੀ ਨਾ ਜੀ, ਇੱਦਾਂ ਛੱਡੇ ਨਾ ਉਹਨਾਂ ਨੇ। ਵੀ ਸਾਡੇ ਦੱਸੋ ਕੀ ਦੋਸ਼ ਸੀਗੇ ਨਾ ਇੱਦਾਂ ਨਾ, ਵੀ ਇੱਦਾਂ ਦਾ ਕੀ ਗੁਨਾਹ ਕਰਤਾ ਸੀਗਾ ਵੀ ਇੰਨੇ ਉਹਨਾਂ ਨੇ ਆਸੂ ਗੈਸ ਦੇ ਉੱਤੇ ਗੋਲੀ ਛੱਡੇ ਨਾ। ਸ਼ਾਂਤੀਪੂਰਨ ਧਰਨਾ ਹੈ ਇਹ। ਜੀ ਜੀ ਜੀ। ਤੇ ਜੀ ਇਹ ਸਾਡੇ ਨਾਲ ਧੱਕਾ ਕਿਉਂ ਕਰਦੇ ਆ ਫਿਰ? ਇਹ ਜ਼ੁਲਮ ਹੀ ਹੋ ਰਿਹਾ ਸਾਡੇ ਤਾਂ। ਜੀ ਬੋਲੋ ਭਾਜੀ। ਜੀ ਜ਼ੁਲਮ ਹੀ ਹੈ। ਬਿਲਕੁਲ ਇੱਕ ਤਰ੍ਹਾਂ ਦਾ ਬਿਲਕੁਲ ਹੀ ਜ਼ੁਲਮ ਹੈ ਇਸ ਤਰ੍ਹਾਂ ਦੇ। ਹਾਂਜੀ ਜੀ ਜੀ।
ਇੱਕ ਹੋਰ ਰਿਪੋਰਟ ਸੀ ਜਿਹੜੀ ਅਸੀਂ ਇੱਥੋਂ ਦਿਖਾਈ, ਜੋ ਰਾਜਸਥਾਨ ਦੀ ਸੰਗਤ ਆ ਸ਼ਾਹਜਹਾਂਪੁਰ ਤੋਂ ਚੱਲੀ ਸੀ, ਅੱਗੇ ਦਿੱਲੀ ਵੱਲ ਨੂੰ ਵੱਧ ਰਹੀ ਸੀ, ਜੋ ਅੱਜ ਕੁਝ ਹੋਇਆ ਘਟਨਾਕ੍ਰਮ। ਇਹ ਤੁਸੀਂ ਗਰਾਊਂਡ ਜ਼ੀਰੋ ਦੀਆਂ ਜਿਹੜੀਆਂ ਅੱਗੇ ਵੀ ਅਸੀਂ 1-2 ਰਿਪੋਰਟਸ ਕਰੀਆਂ, ਟਰਾਲੀ ਤੁਹਾਨੂੰ ਦਿਖਾਈ ਜਿਸ ਵਿੱਚ ਅੱਗ ਲੱਗੀ ਸੀ, ਜਾਂ ਉਹ ਲੋਕ ਜਿਨ੍ਹਾਂ ਨੇ ਉਹ ਗੋਲੇ ਚੱਕੇ ਸੀ, ਗੈਸ ਦੇ ਗੋਲੇ ਚੱਕੇ ਸੀ, ਜਿਨ੍ਹਾਂ ਦੀ ਐਕਸਪਾਇਰੀ ਡੇਟ ਲੰਘ ਚੁੱਕੀ ਹੈ। ਤੇ ਇਹ ਇੱਕ ਹੋਰ ਰਿਪੋਰਟ ਸੀ ਜਿਨ੍ਹਾਂ ਦੇ ਟਰੈਕਟਰਾਂ ਦੇ ਉੱਤੇ ਗੋਲੇ ਆਏ, ਜਾਂ ਜਿਹੜੇ ਲੋਕ ਇੱਥੇ ਉਸ ਵਕਤ ਮੌਜੂਦ ਸੀ, ਜਿਨ੍ਹਾਂ ਨੇ ਹਾਲ ਉਹ ਬਿਆਨ ਕੀਤਾ, ਅੱਖੀਂ ਡਿੱਠਾ ਹਾਲ, ਜਿਹੜੇ 3 ਘੰਟੇ ਉਹ ਇਹਨਾਂ ਦੇ ਕਿਵੇਂ ਗੁਜ਼ਰੇ ਇਹ ਲੋਕ ਜਾਣਦੇ ਨੇ। ਤੇ ਮੀਡੀਆ ਇੱਥੇ ਮੌਜੂਦ ਨਹੀਂ ਸੀ, ਪਰ ਜਿਹੜਾ ਮੀਡੀਆ ਮੌਜੂਦ ਸੀ ਉਹ ਉੱਪਰ ਮੌਜੂਦ ਸੀ, ਉਹ ਨੈਸ਼ਨਲ ਮੀਡੀਆ ਵਾਲੇ ਉੱਪਰ ਪੁਲ ਦੇ ਉੱਤੇ ਪੁਲਿਸ ਦੇ ਨਾਲ ਮੌਜੂਦ ਸੀ। ਗਰਾਊਂਡ ਜ਼ੀਰੋ ਤੋਂ ਅੱਗੇ ਵੀ ਅਸੀਂ ਇਹ ਰਿਪੋਰਟ ਦੇ ਨਾਲ ਬਣੇ ਰਹਾਂਗੇ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।